ਇੰਟਰੋਡਕਸ਼ਨ ਦੇਣਾ ਚਾਹੁੰਦਾ ਹਾਂਜੀ ਜਿੰਨੇ ਥੈਂਕ ਸਾਥੀ ਜੁੜੇ ਹੋਏ ਨੇ। ਆਪ ਜੀ ਅਟਾਰਨੀ ਜਨਰਲ ਦੇ ਦਫ਼ਤਰ ਵਿੱਚ ਬਤੌਰ ਸਹਾਇਕ ਐਡਵੋਕੇਟ ਕੰਮ ਕਰ ਰਹੇ ਹੋ ਪ੍ਰੈਜ਼ੈਂਟਲੀ, ਔਰ ਇੰਟਰਨੈਸ਼ਨਲ ਸੰਸਥਾ ਇੰਗਲੈਂਡ ਦੇ ਜੂਰੀ ਵਜੋਂ 2015 ਤੋਂ ਮੈਂਬਰ ਚਲੇ ਆ ਰਹੇ ਹੋ। ਸੁਨੀਤਾ ਪੁੰਨੀ ਜੀ ਆਪ ਦੇ ਹਸਬੈਂਡ ਬਲਵੀਰ ਸਿੰਘ ਜੀ ਬਤੌਰ ਬੈਂਕ ਮੈਨੇਜਰ ਨੇ। ਆਪ ਦੀ ਇੱਕ ਬੜੀ ਲੜਕੀ ਆ ਜੋ ਫਿਲਮ ਇੰਡਸਟਰੀ ਦੇ ਵਿੱਚ ਪਾਰਟਿਸਿਪੇਟ ਕਰ ਰਹੀ ਹੈ, ਬਹੁਤ ਖੁਸ਼ੀ ਵਾਲੀ ਗੱਲ ਆ। ਔਰ ਆਪ ਦੀ ਛੋਟੀ ਲੜਕੀ ਵੀ ਬਹੁਤ ਪੜ੍ਹਨੇ ਨੂੰ ਹੁਸ਼ਿਆਰ ਆ, ਉਹਨੇ ਰਾਈਫਲ ਸ਼ੂਟਿੰਗ ਦੇ ਵਿੱਚ ਵੀ ਕਾਫੀ ਮੈਡਲ ਲਏ ਆ, ਮੈਂ ਹਿਸਟਰੀ ਦੇਖ ਰਿਹਾ ਸੀਗਾ। ਸੋ ਅੱਜ ਮੈਨੂੰ ਪਤਾ ਕਿ ਜਿਹੜਾ ਆਰਟੀਕਲ 15 ਤੇ ਆਰਟੀਕਲ 25 ਵੀ ਆਪਸ ਵਿੱਚ ਕਾਫੀ ਮੈਚ ਕਰਦਾ ਆ, ਔਰ ਅਸੀਂ ਚਾਹੁੰਦੇ ਹਾਂ ਕਿ ਫਿਰ ਤੁਸੀਂ ਬਹੁਤ ਡਿਟੇਲ ਦੇ ਵਿੱਚ ਜਿਹੜਾ ਸਾਨੂੰ ਦੱਸੋ ਕਿ ਇਹ ਐਕਟ ਜਿਹੜਾ ਆਰਟੀਕਲ 15 ਆ ਉਹ ਕਿਸ ਤਰ੍ਹਾਂ ਵਰਕ ਕਰਦਾ ਹੈ ਸਾਡੇ ਸਾਰੇ ਭਾਰਤੀਆਂ ਲਈ। ਥੈਂਕ ਯੂ, ਗੋ ਹੈਡ। ਥੈਂਕ ਯੂ ਸੋ ਮਚ, ਥੈਂਕ ਯੂ। ਪਹਿਲਾਂ ਤਾਂ ਜੀ ਮੈਂ ਬਾਬਾ ਸਾਹਿਬ ਦਾ ਧੰਨਵਾਦ ਕਰਨਾ ਚਾਹਾਂਗੀ ਜਿਨ੍ਹਾਂ ਦੇ ਕਰਕੇ ਅਸੀਂ ਅੱਜ ਇੱਥੇ ਖੜੇ ਹਾਂ। ਸੁਸਾਇਟੀ ਦੇ ਵਿੱਚ ਸਾਡੀ ਇਹ ਜਗ੍ਹਾ ਬਣੀ ਹੈ ਕਿ ਅੱਜ ਅਸੀਂ ਸੁਸਾਇਟੀ ਦੇ ਵਿੱਚ ਕੰਧੇ ਨਾਲ ਕੰਧਾ ਮਿਲਾ ਕੇ ਔਰ ਸਭ ਦੇ ਬਰਾਬਰ ਬੈਠ ਕੇ ਅੱਜ ਇਸ ਕੁਰਸੀ ਤੇ, ਇਸ ਸੀਟਾਂ ਦੇ ਉੱਪਰ ਔਰ ਇਸ ਜਗ੍ਹਾ ਤੇ ਪਹੁੰਚੇ ਹਾਂ ਜੀ, ਜਿੱਥੇ ਸਾਨੂੰ ਕੋਈ ਵੀ ਜਗ੍ਹਾ ਨਹੀਂ ਮਿਲੀ ਹੋਈ ਸੀਗੀ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਦੇ ਸੀਗੇ, ਉੱਥੇ ਬਾਬਾ ਸਾਹਿਬ ਨੇ ਸਾਨੂੰ ਬੜੇ ਐਫਰਟਸ ਕਰਕੇ ਪਹੁੰਚਾਇਆ ਜੀ। ਉਹਨਾਂ ਦਾ ਬਚਪਨ ਤੋਂ ਲੈ ਕੇ ਜਿੱਦਾਂ ਬਾਬਾ ਸਾਹਿਬ ਨੇ ਸਰਕਾਰੀ ਸਕੂਲ ਤੋਂ ਸ਼ੁਰੂ ਕੀਤਾ, ਫੋਰਨ ਦੇ ਵਿੱਚ ਜਾ ਕੇ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਜੀ, ਤੇ ਉਹ ਆਪਣੀ ਕਮਿਊਨਿਟੀ ਦੇ ਵਿੱਚ ਪਹਿਲੇ ਇਨਸਾਨ ਸੀਗੇ ਜਿਨ੍ਹਾਂ ਨੇ ਜਾ ਕੇ ਫੋਰਨ ਦੇ ਵਿੱਚ ਆਪਣੀ ਪੜ੍ਹਾਈ ਕੀਤੀ ਹੈ ਜੀ। ਵਾਪਸ ਆ ਕੇ ਉਹਨਾਂ ਨੇ ਵਕਾਲਤ ਵੀ ਆਪਣੀ ਜਾਰੀ ਰੱਖੀ ਜੀ। ਇੱਕ ਗ੍ਰੇਟ ਪੋਲੀਟੀਸ਼ੀਅਨ ਵੀ ਰਹੇ ਹੈਗੇ ਆ, ਔਰ ਉਹਨਾਂ ਨੇ ਦਲਿਤ ਸ਼ਬਦ ਤੋਂ ਹਟਾ ਕੇ ਜਿਹੜਾ ਸ਼ਡਿਊਲ ਕਾਸਟ ਔਰ ਸ਼ਡਿਊਲ ਟ੍ਰਾਈਬ ਦਿੱਤਾ, ਸਾਨੂੰ ਕੌਂਸਟੀਟਿਊਸ਼ਨ ਆਫ ਇੰਡੀਆ ਦਿੱਤਾ। ਇਹਦਾ ਬਹੁਤ ਬਹੁਤ ਧੰਨਵਾਦ ਹੈ ਜੀ। ਇਹ ਸਾਡੇ ਨਾਲ ਚੱਲੇਗਾ ਲਾਈਫ ਟਾਈਮ ਲਈ। ਥੈਂਕ ਯੂ। ਅੱਜ ਦਾ ਜੀ ਟੌਪਿਕ ਸਰ ਤੁਸੀਂ ਦਿੱਤਾ ਹੈਗਾ ਜੀ ਆਰਟੀਕਲ 15, ਮੈਂ ਸ਼ੇਅਰ ਵੀ ਕੀਤਾ ਸੀਗਾ। ਤੇ ਆਰਟੀਕਲ 15 ਵੈਸੇ ਤਾਂ ਜੀ ਪਹਿਲੇ ਆਪਣੇ ਸੁਪਰੀਮ ਕੋਰਟ ਦੇ ਲਾਇਰ ਉਹਨਾਂ ਨੇ ਕਾਫੀ ਕੁਝ ਦੱਸ ਦਿੱਤਾ ਹੈ, ਤੇ ਉਹ ਸੇਮ ਤਾਂ ਮੈਨੂੰ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਹੈ। ਚਲੋ ਫਿਰ ਵੀ ਥੋੜਾ ਜਿਹਾ ਹੈਗਾ ਜੀ। ਆਰਟੀਕਲ 15 ਬੇਸਿਕਲੀ ਜਿਹੜਾ ਹੈਗਾ ਇਹ ਮੇਨ ਤਾਂ ਹੈਗਾ ਜੀ ਸਟੇਟ ਡਿਸਕ੍ਰਿਮੀਨੇਟ ਨਹੀਂ ਕਰੂਗਾ ਕਿਸੇ ਵੀ ਸਿਟੀਜ਼ਨ ਨੂੰ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ, place of birth or any of them. No citizen shall on grounds only of religion, race, caste, sex, place of birth or any of them be subject to any disability, liability, restriction or condition with regard to. ਬਾਕੀ ਡਿਟੇਲਸ ਤਾਂ ਇਹ ਹੈਗੀਆਂ ਜੀ। ਬਾਕੀ ਇੱਕ ਚੀਜ਼ ਇਹਦੇ ਵਿੱਚ ਇਹ ਵੀ ਹੈਗੀ ਹੈ ਜੀ, ਸਟੇਟ ਨੂੰ ਇਹ ਆਰਟੀਕਲ ਕਿਤੇ ਵੀ ਪ੍ਰੀਵੈਂਟ ਨਹੀਂ ਕਰਦਾ ਕਿ ਉਹਨੇ ਰਾਈਟ ਟੂ ਜਿਹੜਾ ਇਕੁਐਲਿਟੀ ਸੀਗਾ ਸੈਕਸ਼ਨ 14, ਇਹ ਉਹਦੇ ਨਾਲ ਹੀ ਇਹ ਸੈਕਸ਼ਨ 15 ਨੂੰ ਬਣਾਉਣਾ ਪਿਆ। ਹਾਂਜੀ, ਉਹਦੇ ਨਾਲ ਅੱਗੇ ਇਹਨੂੰ ਜੋੜਨਾ ਪਿਆ, ਕਿਉਂਕਿ ਜਦੋਂ ਤੁਸੀਂ ਬਰਾਬਰੀ ਦੀ ਗੱਲ ਕਰਦੇ ਆ ਤਾਂ ਉਹ ਮੇਨਲੀ ਵੂਮਨ ਔਰ ਚਿਲਡਰਨ ਦੇ ਲਈ ਇਹ ਜਿਹੜਾ ਹੈਗਾ ਸਟੇਟ ਨੂੰ ਇਹ ਰਾਈਟ ਹੈਗਾ ਕਿ ਉਹ ਕੁਛ ਨਾ ਕੁਛ ਇਹਦੇ ਵਿੱਚ ਚੇਂਜਸ ਕਰਦੇ, ਪ੍ਰੀਵੈਂਟ ਨਹੀਂ ਕੀਤਾ ਗਿਆ ਇਸ ਆਰਟੀਕਲ ਵਿੱਚ। ਦੂਸਰੀ ਜੀ ਕਲੌਜ਼ 2 ਜਿਹੜਾ ਹੈਗਾ ਆਰਟੀਕਲ 29 ਦਾ, ਉਹ ਵੀ ਪ੍ਰੀਵੈਂਟ ਨਹੀਂ ਕਰਦਾ ਜੇ ਐਡਵਾਂਸਮੈਂਟ ਆਫ ਐਨੀ ਸੋਸ਼ਲੀ ਔਰ ਐਜੂਕੇਸ਼ਨਲੀ ਬੈਕਵਰਡ ਕਲਾਸ, ਕਿਉਂਕਿ ਬੈਕਵਰਡ ਕਲਾਸ ਬਾਰੇ ਕੌਂਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਕੁਝ ਨਹੀਂ ਦਿੱਤਾ ਗਿਆ, ਉਹ ਸਟੇਟ ਨੇ ਹੀ ਦੇਖਣਾ ਹੈ ਬੈਕਵਰਡਨੈਸ। ਤੇ ਇਹਦੇ ਵਿੱਚ ਕੁਝ ਜਜਮੈਂਟਸ ਵੀ ਆਈਆਂ ਹੈਗੀਆਂ ਜਿਹਦੇ ਵਿੱਚ ਪਹਿਲਾਂ ਕਿਹਾ ਗਿਆ ਕਿ ਵੀ ਜਿਹੜਾ ਹੈਗਾ ਸਟੇਟ ਬੈਕਵਰਡ ਬਾਰੇ ਨਹੀਂ ਕਿਤੇ ਲਿਖ ਸਕਦਾ ਜਦੋਂ ਵੀ ਕਿਸੇ ਨੂੰ ਨੌਕਰੀ ਦੇਣੀ ਹੈ ਜਾਂ ਕਿਤੇ ਵੀ, ਪਰ ਉਹ ਓਵਰਰੂਲ ਹੋ ਗਈ ਹੈ। ਦੂਸਰੀ ਜਜਮੈਂਟ ਦੇ ਵਿੱਚ ਇਹ ਚੀਜ਼ ਆ ਗਈ ਹੈ ਕਿ ਬੈਕਵਰਡ ਜਿਹੜਾ ਹੈਗਾ ਉਹ ਵਰਡ ਯੂਜ਼ ਕੀਤਾ ਜਾ ਸਕਦਾ। ਅੱਗੇ ਹੈਗਾ ਜੀ, there are 3 exceptions to this general rule of non-discrimination. ਇਹ ਫॉर ਐਗਜ਼ਾਮਪਲ ਹੈ ਜੀ, ਜਿੱਦਾਂ ਹੁਣ ਸਟੇਟ ਨੂੰ ਇਹ ਪ੍ਰੋਹਿਬਿਟ ਨਹੀਂ ਕੀਤਾ ਗਿਆ, ਰਿਸਟ੍ਰਿਕਟ ਨਹੀਂ ਕੀਤਾ ਗਿਆ, ਸਟੇਟ ਦੇਖ ਲੈਂਦਾ ਬੱਸਿਸ ਦੇ ਵਿੱਚ ਕਿਸੇ ਨੂੰ ਲੇਡੀ ਦੀ ਸੀਟ ਬਣਾਉਣੀ ਹੈ, ਬੱਚੇ ਲਈ ਸੀਟ ਬਣਾਉਣੀ ਹੈ, ਤਾਂ ਉਹ ਸਟੇਟ ਕੋਲ ਇਹ ਰਾਈਟਸ ਹੈਗੇ ਆ। ਇਹ ਆਰਟੀਕਲ 15 ਦੇ ਵਿੱਚ ਹੀ ਕਵਰ ਹੁੰਦੇ ਆ। ਕੋਈ ਸਪੈਸ਼ਲ ਅਰੇਂਜਮੈਂਟ ਕਰਨੇ ਹੈ ਐਜੂਕੇਸ਼ਨਲੀ ਬੈਕਵਰਡ ਪੀਪਲ ਲਈ,
ਜਾਂ ਸਟੇਟ ਆਪਣਾ ਸ਼ਡਿਊਲ ਕਾਸਟ ਲਈ, ਸ਼ਡਿਊਲ ਟ੍ਰਾਈਬਸ ਲਈ, ਤਾਂ ਇਹ ਵੀ ਸਟੇਟ ਨੂੰ ਇਹ ਫ੍ਰੀडम ਦਿੱਤੀ ਗਈ। ਸੋਸਾਇਟੀ ਦੀ ਸੋਸ਼ਲੀ ਆਪਣੀ ਸੋਸਾਇਟੀ ਦੇ ਵਿੱਚ ਬੈਟਰਮੈਂਟ ਲਈ ਐਸਸੀ ਔਰ ਐਸਟੀ ਔਰ ਬੈਕਵਰਡ ਕਲਾਸ ਲਈ ਉਹ ਸਟੇਟ ਨੂੰ ਇਹ ਸਾਰੇ ਕਿਤੇ ਵੀ ਉਹਨਾਂ ਨੂੰ ਰਿਸਟ੍ਰਿਕਟ ਨਹੀਂ ਕੀਤਾ। ਹੁਣ ਆਰਟੀਕਲ 15 ਦਾ ਜਿਹੜਾ ਹੈਗਾ ਇਹ ਪਾਰਟ 3 ਆਉਂਦਾ ਹੈ ਕਨਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ, which deals with the fundamental rights of the citizen of India. It states that the state shall not discriminate against any citizen on ground only of caste, religion, sex, race, and place of birth. The use of word only means that discrimination on other grounds is not prohibited. ਇਹ ਆਰਟੀਕਲ 15 ਵੀ ਨਿਊਜ਼ ਦੇ ਵਿੱਚ ਵੀ ਪਿੱਛੇ ਬੜਾ ਰਿਹਾ ਜੀ, ਇੱਕ ਮੂਵੀ ਆਈ ਸੀ ਆਰਟੀਕਲ 15, ਬੜਾ ਉਹਦਾ ਰੌਲਾ ਰਿਹਾ, ਉਹਦੇ ਅਗੇਂਸਟ ਵੀ ਬੜਾ ਕੁਝ ਚੱਲਦਾ ਰਿਹਾ, ਸਲੋਗਨਸ ਵੀ ਚੱਲੇ ਬੰਦ ਕਰਨ ਨੂੰ ਵੀ, ਪਰ ਉਹਦੇ ਨਾਲ ਬੜੇ ਲੋਕਾਂ ਨੂੰ ਅਵੇਅਰਨੈਸ ਹੋਈ ਹੈ, ਜਿਹੜੀਆਂ ਚੀਜ਼ਾਂ ਆਮ ਲੋਕਾਂ ਨੂੰ ਨਹੀਂ ਪਤਾ ਹੁੰਦੀਆਂ। ਆਪਾਂ ਨੂੰ ਪਤਾ ਜੀ ਜਦੋਂ ਵੀ ਕੋਈ ਡਿਸਕ੍ਰਿਮੀਨੇਸ਼ਨ ਹੁੰਦੀ ਹੈ ਲੋਕਾਂ ਦੇ ਵਿੱਚ ਤਾਂ ਉਹ ਹਰ ਬੰਦਾ ਨਹੀਂ ਕਰਦਾ, ਉਹ ਸੋਸਾਇਟੀ ਦੇ ਕੁਝ ਲੋਕ ਹੀ ਹੁੰਦੇ ਆ ਜਿਹੜੇ ਕਰਦੇ, ਹਰ ਇੱਕ ਬੰਦਾ ਨਹੀਂ ਕਰਦਾ। ਆਪਾਂ ਹੁਣ ਵੀ ਦੇਖਦੇ ਹਾਂ ਕੁਝ ਬੰਦੇ ਤਾਂ ਜ਼ਰੂਰ ਹੁੰਦੇ ਜੇ ਤੁਹਾਨੂੰ ਕਾਸਟ ਵੀ ਪੁੱਛਣਗੇ, ਕਾਸਟ ਪੁੱਛ ਲਈ ਸਬ ਕਾਸਟ ਕੀ ਹੈ, ਇਹ ਪਿੰਡ ਕਿਹੜਾ ਤੁਹਾਡਾ, ਪਿੰਡ ਤੋਂ ਤੁਹਾਨੂੰ ਦੇਖ ਲੈਣਗੇ ਵੀ ਉਹ ਕਿਹੜੀ ਉਹਦੇ ਵਿੱਚ ਆਉਂਦੇ, ਉਸ ਕਾਸਟ ਦੇ ਬੰਦੇ ਉਧਰ ਨੂੰ ਹੋਣਗੇ। ਸੋ ਇਹ ਚੀਜ਼ਾਂ ਰਿਸਪੈਕਟ ਕੀਤੀਆਂ ਗਈਆਂ ਜੀ। ਉਹ ਜਿਹੜਾ ਮੂਵੀ ਆਈ ਉਹਦੇ ਵਿੱਚ ਉਹ ਗੈਂਗ ਰੇਪ ਸੀਗਾ, ਯੂਪੀ ਦੀ ਸੀਗੀ, ਉਹ ਸਾਰਿਆਂ ਨੂੰ ਆਪਾਂ ਨੂੰ ਪਤਾ ਹੋਣਾ। ਹਾਂਜੀ ਬਦੌਨ ਡਿਸਟ੍ਰਿਕਟ ਯੂਪੀ ਦਾ ਸੀਗਾ ਨਾ, ਦੋ ਹਾਂਜੀ ਕੁੜੀਆਂ ਦਾ ਜਿਨ੍ਹਾਂ ਦਾ ਗੈਂਗ ਰੇਪ ਹੋਇਆ, ਮਰਡਰ ਹੋਇਆ, ਉਹਨਾਂ ਨੂੰ ਪੇੜ ਦੇ ਉੱਤੇ ਟੰਗ ਦਿੱਤਾ ਗਿਆ। ਬਾਅਦ 'ਚ ਉਹਦੇ ਵਿੱਚ ਚਲੋ ਆਪਣੀ ਫੇਵਰ ਦੇ ਵਿੱਚ ਤਾਂ ਕੁਛ ਨਹੀਂ ਹੋਇਆ, ਬਟ ਮੂਵੀ ਸੀਗੀ ਜਿਹੜੀ ਆਪਾਂ ਨੂੰ ਬੜਾ ਕੁਛ ਉਹ ਦੱਸਦੀ ਹੈਗੀ ਹੈ। ਜਿਹੜੇ ਫੈਕਟਸ ਆਪਾਂ ਪੜ੍ਹ ਕੇ ਨਹੀਂ ਆਪਾਂ ਨੂੰ ਪਤਾ ਲੱਗਦੇ, ਉਹ ਮੂਵੀਜ਼ ਵਗੈਰਾ ਨਾਲ ਬੰਦੇ ਜ਼ਿਆਦਾ ਜਾਣਦੇ, ਸਮਝ ਸਕਦੇ। ਸੁਨੀਤਾ ਜੀ, ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ, ਹਾਂਜੀ ਸਰ। ਹਾਂਜੀ ਸਰ। ਜਾਂ ਤੋਂ 1950 ਤੋਂ ਪਹਿਲਾਂ ਵੀ ਜਿਹੜੇ ਆ ਜ਼ਿਮੀਂਦਾਰ ਭਰਾ ਆ ਸਾਡੇ ਲੋਕਾਂ ਤੇ ਤਸ਼ੱਦਦ ਕਰਦੇ ਸੀਗੇ, ਕਈਆਂ ਇਸ਼ੂਆਂ ਦੇ ਉੱਤੇ ਗੁਲਾਮ ਲੇਬਰ ਦੇ ਤੌਰ ਤੇ ਉਹਨਾਂ ਤੋਂ ਕੰਮ ਲੈਂਦੇ ਸੀ। ਅੱਜ ਵੀ ਮੈਂ ਦੇਖ ਰਿਹਾ ਕਿ ਅਖਬਾਰਾਂ ਦੇ, ਨਿਊਜ਼ਾਂ ਦੇ, ਸੋਸ਼ਲ ਮੀਡੀਆ ਤੇ ਨਿਊਜ਼ ਆ ਰਹੀ ਆ ਕਿ ਪਿੰਡਾਂ ਦੀਆਂ ਪੰਚਾਇਤਾਂ, ਖਾਸ ਕਰਕੇ ਮਾਲਵਾ ਔਰ ਮਾਝਾ, ਉਹਨਾਂ ਦੀਆਂ ਪਿੰਡਾਂ ਦੀਆਂ ਪੰਚਾਇਤਾਂ ਜੋ ਇੱਕ ਹੁਕਮ ਜਾਰੀ ਕਰ ਰਹੀਆਂ ਆਪਣੇ ਗੁਰੂ ਘਰਾਂ ਤੋਂ। ਪਹਿਲਾਂ ਤਾਂ ਗੁਰੂ ਘਰਾਂ ਦੇ ਵਿੱਚੋਂ ਜੋ ਹੁਕਮ ਜਾਰੀ ਕਰਦੇ ਉਹ ਵੀ ਗਲਤ ਆ ਆਫੀਸ਼ੀਅਲੀ, ਦੂਸਰਾ ਵੀ ਸਰਕਾਰ ਦੇ ਵਿਰੁੱਧ ਉਹਨਾਂ ਦੇ ਹੁਕਮ ਆ, ਔਰ ਸਰਕਾਰਾਂ ਵੀ ਇਸ ਵੱਲ ਧਿਆਨ ਨਹੀਂ ਦੇ ਰਹੀਆਂ, ਔਰ ਸਾਡੀਆਂ ਧਾਰਮਿਕ ਸੰਸਥਾਵਾਂ ਵੀ ਧਿਆਨ ਨਹੀਂ ਦੇ ਰਹੀਆਂ। ਇਹਨਾਂ ਬਾਰੇ ਤੁਸੀਂ ਕੀ ਸੋਚਦੇ ਆ ਕਿ ਇਹਨਾਂ ਕਿੱਥੇ ਤੱਕ ਜਾਇਜ਼ ਆ? ਇਹ ਜੀ ਜਾਇਜ਼ ਤਾਂ ਬਿਲਕੁਲ ਵੀ ਨਹੀਂ ਹੈ, ਬਹੁਤ ਹੀ ਨਾਜਾਇਜ਼ ਗੱਲ ਹੈ ਇਹ ਡਿਸਕ੍ਰਿਮੀਨੇਸ਼ਨ ਕਰਨਾ, ਜਦਕਿ ਸੰਵਿਧਾਨ ਨਹੀਂ ਕਹਿੰਦਾ ਡਿਸਕ੍ਰਿਮੀਨੇਟ ਕਰਨਾ, ਔਰ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਉਹਦੀ ਵੀਡੀਓਜ਼ ਵੀ ਵਾਇਰਲ ਹੈਗੀਆਂ ਤੇ ਕੰਪਲੇਂਟ ਉਹਨਾਂ ਨੇ ਕੀਤੀ ਹੈ, ਬਟ ਇਹ ਜਦੋਂ ਜੁਡੀਸ਼ਰੀ 'ਚ ਜਾਏਗਾ ਉਦੋਂ ਇਹਦਾ ਇੱਕ ਬੜਾ ਹੀ ਵਧੀਆ ਕੋਈ ਜਜਮੈਂਟ ਆਏਗੀ, ਕਿਉਂਕਿ ਵੀਡੀਓਜ਼ ਹੈਗੀਆਂ, ਔਨ ਰਿਕਾਰਡ ਹੈ ਇਹ ਸਾਰਾ ਕੁਝ। ਸਟੇਟ ਨੇ ਤੇ ਇਹਦੇ ਤੇ ਕੁਝ ਨਹੀਂ ਕੀਤਾ, ਕੰਪਲੇਂਟ ਉਹਨਾਂ ਦੀ ਹੈਗੀ ਹੈ, ਪੈਂਡਿੰਗ ਪਈ ਹੈ, ਪਰ ਜਦੋਂ ਕੋਰਟ ਵਿੱਚ ਜਾਣਗੇ ਆਪਣੀ ਕੰਪਲੇਂਟ ਲੈ ਕੇ, ਉੱਥੋਂ ਜ਼ਰੂਰ ਇੱਕ ਅੱਛੀ ਇੱਕ ਰੂਲਿੰਗ ਇਹਦੇ ਉੱਪਰ ਆਏਗੀ। ਇੱਕ ਆਪਾਂ ਜਿਹੜੇ ਸਰਕਾਰਾਂ ਆ ਆਪਣੇ ਕਨਸਟੀਟਿਊਸ਼ਨ ਦੀਆਂ ਧਾਰਾਂ ਨੂੰ ਬਹੁਤ ਡਿਲੂਟ ਕਰ ਰਹੇ ਆ, ਜਿਸ ਤਰ੍ਹਾਂ 341 ਜਿਹੜੀ ਧਾਰਾ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਵੀ ਉਹਦੇ ਅੰਡਰ ਜੋ ਰਿਜ਼ਰਵੇਸ਼ਨ ਆ ਸਾਡੇ ਲੋਕਾਂ ਦੀ ਉਹ ਬੰਦ ਹੋ ਜਾਊਗੀ, ਤੇ ਇਹ ਸਰਕਾਰਾਂ ਇਸ ਤਰ੍ਹਾਂ ਕਿਉਂ ਕਰ ਰਹੀਆਂ? ਇਹ ਸਰਕਾਰਾਂ ਜੀ ਹੁਣ ਜਿੱਦਾਂ ਰਿਜ਼ਰਵੇਸ਼ਨ, ਇੱਕ ਪਾਸੇ ਰਿਜ਼ਰਵੇਸ਼ਨ ਬੰਦ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਥੋੜੀ ਦੇਰ ਪਹਿਲੇ ਰਿਜ਼ਰਵੇਸ਼ਨ ਲਈ ਇੰਨਾ ਰੌਲਾ ਪਿਆ ਹਰਿਆਣਾ ਦੇ ਵਿੱਚ, ਉਹ ਜਿਹੜਾ ਜਾਟ ਅੰਦੋਲਨ ਹੋਇਆ, ਉਹ ਹਾਂਜੀ ਆਪਾਂ ਸਾਰਿਆਂ ਨੂੰ ਪਤਾ ਹੈ, ਉਹਦੇ ਵਿੱਚ ਕਿਵੇਂ ਸਾਨੂੰ ਇਹਦੇ ਵਿੱਚ ਰਿਜ਼ਰਵੇਸ਼ਨ ਦਿੱਤੀ ਜਾਵੇ। ਹਾਂਜੀ ਇੱਕ ਪਾਸੇ ਤਾਂ ਆਹ ਗੱਲ ਹੋ ਰਹੀ ਹੈ, ਦੂਜੇ ਪਾਸੇ ਹੋ ਰਹੀ ਹੈ ਵੀ ਰਿਜ਼ਰਵੇਸ਼ਨ ਬੰਦ ਕਰਤੀ ਜਾਵੇ। ਅਦਰਵਾਈਜ਼ ਇਹ ਹੈ ਜੀ ਰਿਜ਼ਰਵੇਸ਼ਨ ਜਿਹੜੀ ਹੈ ਉਹ ਖਤਮ ਨਹੀਂ ਕੀਤੀ ਜਾ ਸਕਦੀ, ਸੰਵਿਧਾਨ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਇਹਦੇ ਵਿੱਚ ਅਮੈਂਡਮੈਂਟਸ ਹੋ ਸਕਦੀਆਂ, ਪਰ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ, ਰਿਜ਼ਰਵੇਸ਼ਨ ਖਤਮ ਨਹੀਂ ਹੋ ਸਕਦੀ। ਇੱਕ ਰਿਜ਼ਰਵੇਸ਼ਨ ਕਰਕੇ ਹੀ ਇੱਕ ਉਹ ਬਰਾਬਰੀ ਦਾ, ਚਾਹੇ ਉਹ ਲੇਡੀਜ਼ ਹੈ, ਚਾਹੇ ਉਹ ਲੋਅਰ ਕਾਸਟ ਹੈ, ਚਾਹੇ ਉਹ ਬੈਕਵਰਡ ਹੈ, ਉਹ ਇੱਥੇ ਪਹੁੰਚੇ ਹੈ, ਪੜ੍ਹੇ ਲਿਖੇ ਹੈ, ਕਿਸੇ ਅਹੁਦੇ ਤੇ ਪਹੁੰਚੇ ਹੈ, ਅੱਗੇ ਬੱਚੇ ਵੀ, ਸਾਰੀ ਫੈਮਲੀਜ਼ ਉਹਨਾਂ ਦੀ ਕਿਤੇ ਆ ਕੇ ਕਿਤੇ ਉਹ ਕੁਛ ਬਣਨ ਲਾਇਕ, ਕੁਛ ਕਰਨ ਲਾਇਕ ਹੋਏ ਹੈ, ਸੁਸਾਇਟੀ ਦੇ ਵਿੱਚ ਆਏ ਹੈ, ਬਰਾਬਰ ਬੈਠਣ ਜੋਗੇ ਹੋਏ ਹੈ, ਤਾਂ ਉਹ ਰਿਜ਼ਰਵੇਸ਼ਨ ਖਤਮ ਨਹੀਂ ਹੋ ਸਕਦੀ।
ਹਾਂਜੀ, ਰਿਜ਼ਰਵੇਸ਼ਨ ਕਰਕੇ ਹੀ ਆਪਾਂ ਸਾਡੇ ਲੋਕ ਜਿਹੜੇ ਆ ਡਿਵੈਲਪ ਕਰ ਚੁੱਕੇ ਆ ਔਰ ਹੋ ਰਹੇ ਆ, ਹਾਂਜੀ, ਹੋਏ ਕਹਿੰਦੇ। ਬਿਲਕੁਲ ਜੇ ਰਿਜ਼ਰਵੇਸ਼ਨ ਬੰਦ ਕਰਤੀ ਜਾਊਗੀ ਤਾਂ ਮੇਰਾ ਖਿਆਲ ਸਾਡਾ ਜਿਹੜਾ ਸਮਾਜ ਆ ਬਹੁਤ ਗਰੀਬੀ ਹਾਲਤ ਵਿੱਚ ਹੋ ਜਾਊਗਾ। ਬਿਲ ਬਿਲਕੁਲ ਜੀ, ਜ਼ੀਰੋ ਤੇ ਪਹੁੰਚ ਜਾਾਂਗੇ। ਦੇਖੋ ਹੁਣ ਰਿਜ਼ਰਵੇਸ਼ਨ ਕੀ ਹੈ, ਉਸ ਵੇਲੇ ਬਾਬਾ ਸਾਹਿਬ ਦੇ ਐਫਰਟਸ ਦੇ ਨਾਲ ਆਪਾਂ ਇੱਥੇ ਤੱਕ ਪਹੁੰਚੇ ਆ। ਔਰ ਹੁਣ ਕਈ ਜਗ੍ਹਾ ਦੇਖੋ ਲੋਕ ਵੀ ਇੰਨਾ ਡਿਸਕ੍ਰਿਮੀਨੇਟ ਨਹੀਂ ਕਰਦੇ ਹੈਗੇ। ਪੰਜਾਬ ਦੇ ਵਿੱਚ ਕੁਛ ਏਦਾਂ ਦੀ ਜਗ੍ਹਾ ਵੀ ਹੈ ਜਿੱਥੇ ਲੋਕਾਂ ਨੂੰ ਗੁਰਦੁਆਰੇ ਦੇ ਵਿੱਚ ਜਾਣਾ, ਲੋਅਰ ਜਿਹੜੇ ਹੈਗੇ ਆ ਕਾਸਟ ਦੇ, ਉਹਨਾਂ ਨੂੰ ਅਲਾਉਡ ਨਹੀਂ ਸੀਗਾ। ਗੁਰਦੁਆਰੇ ਦੇ ਵਿੱਚ ਜਿਹੜੇ ਗੁਰਦੁਆਰੇ ਦੇ ਸਿੱਖ ਭਾਈ ਆ, ਉਹਨਾਂ ਨੇ ਉਹਨਾਂ ਨੂੰ ਅਲੱਗ ਤੋਂ ਲੰਗਰ ਦੀ ਸੁਵਿਧਾ ਉਪਲਬਧ ਕਰਾਈ ਹੈ, ਕਿਸੇ ਨੂੰ ਭੁੱਖੇ ਨਹੀਂ ਰਹਿਣ ਦਿੱਤਾ। ਫਿਰ ਇੱਕ ਜਗ੍ਹਾ ਦੀ ਇਹ ਵੀ ਪਿੱਛੇ ਨਿਊਜ਼ ਆਈ ਹੋਈ ਸੀਗੀ ਜੀ ਕਿ ਜਿਹੜਾ ਸ਼ਮਸ਼ਾਨ ਘਾਟ ਹੈ ਉਹ ਅਲੱਗ ਲੋਅਰ ਕਾਸਟ ਦੇ ਲੋਕਾਂ ਲਈ ਅਲੱਗ ਹੁੰਦਾ ਹੈ, ਤੇ ਉੱਥੇ ਉਹਨਾਂ ਨੇ ਉਹ ਸ਼ਮਸ਼ਾਨ ਘਾਟ ਸੇਮ ਕਰ ਦਿੱਤਾ ਇੱਕੋ ਹੀ, ਕਿ ਵੀ ਇਸ ਪੋਜੀਸ਼ਨ ਤੇ ਆ ਕੇ ਇਹ ਜਿਹੜਾ ਸ਼ਮਸ਼ਾਨ ਘਾਟ ਹੈ, ਜਦੋਂ ਬੰਦਾ ਮਰ ਹੀ ਜਾਂਦਾ ਹੈ, ਖਤਮ ਹੀ ਹੋ ਗਿਆ, ਤਾਂ ਉਹਦੀ ਕੀ ਕਾਸਟ ਰਹੇਗੀ। ਤਾਂ ਉਹਨਾਂ ਨੇ ਸ਼ਮਸ਼ਾਨ ਘਾਟ ਉਹ ਖਤਮ ਕਰ ਦਿੱਤਾ। ਇੱਕ ਕੀਤਾ ਹੈ, ਇਹ ਮੇਰੇ ਖਿਆਲ ਪਟਿਆਲਾ ਦੀ ਖਬਰ ਹੈ ਜੀ, ਪਟਿਆਲਾ ਦੇ ਵਿੱਚ ਇਹ ਹੋਇਆ ਜੀ। ਹਾਂਜੀ, ਇੱਕ ਆਪਣੇ ਤੋ ਤਰਨਤਾਰਨ ਦੇ ਵਿੱਚ ਬਾਬਾ ਨੌਧ ਸਿੰਘ ਦਾ ਗੁਰਦੁਆਰਾ ਹੈਗਾ। ਉੱਥੇ ਹਾਂਜੀ ਰਵਿਦਾਸੀਆਂ ਨੂੰ, ਮਜ਼੍ਹਬੀਆਂ ਨੂੰ ਇੱਕ ਵੱਖਰਾ ਪ੍ਰਸ਼ਾਦ ਅੰਮ੍ਰਿਤ ਛਕਾਇਆ ਜਾਂਦਾ, ਤੇ ਉਹ ਦੂਜੇ ਪਾਸੇ ਜਿਹੜਾ ਜੱਟਾਂ ਵਾਸਤੇ ਉਹ ਵੱਖਰਾ ਹੈਗਾ। ਤੇ ਇਹ ਜਿਹੜੀਆਂ ਆਪਾਂ ਇੱਕ ਲੈਟਰ ਵੀ ਪਾਇਆ ਸੀਗਾ ਅਕਾਲ ਤਖਤ ਨੂੰ, ਪਰ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ। ਇਹ ਜਿਹੜੀਆਂ ਸਿੱਖ ਸੰਸਥਾਵਾਂ ਨੇ ਜਾਂ ਖਾਲਿਸਤਾਨੀ ਲੋਕ ਨੇ, ਇਹ ਅੱਜ ਤੱਕ ਇਸ ਪਾਸੇ ਵੱਲ ਤਾਂ ਧਿਆਨ ਨਹੀਂ ਦੇ ਸਕੇ ਕਿ ਅਸੀਂ ਪੰਜਾਬ ਦਾ ਸੁਧਾਰ ਕਰੀਏ, ਇਕੁਐਲਿਟੀ ਪੈਦਾ ਕਰੀਏ, ਗੁਰੂਆਂ ਦੇ ਦਰਸਾਏ ਹੋਏ ਮਾਰਗ ਤੇ ਚੱਲੀਏ। ਪਰ ਹਾਂਜੀ ਪਤਾ ਨਹੀਂ ਵੀ ਉਹ ਕੀ ਕਰ ਰਹੇ ਨੇ। ਉਹਨਾਂ ਦਾ ਫਰਜ਼ ਬਣਦਾ ਸਾਡੇ ਸਰਕਾਰ ਦੇ ਵਿੱਚ ਜਿਹੜੇ ਦਲਿਤ MP MLA ਆ, ਉਹਨਾਂ ਵੱਲੋਂ ਵੀ ਕੋਈ ਇਸ ਬਾਰੇ ਟਿੱਪਣੀ ਨਹੀਂ ਕੀਤੀ ਜਾਂਦੀ। ਉਹ ਸਿਰਫ ਆਪਣੇ ਹੱਕਾਂ ਆਪਣੇ ਰੁਜ਼ਗਾਰ ਜਾਂ ਆਪਣੇ ਪੈਸੇ ਵਾਸਤੇ ਉੱਥੇ ਸਾਡੇ ਲੋਕਾਂ ਤੇ ਰਾਜ ਕਰਦੇ ਆ। ਉਹਨਾਂ ਵੱਲੋਂ ਉਹਨਾਂ ਦਾ ਪੱਖ ਜਿਹੜਾ ਨੈਗੇਟਿਵ ਦੇਖਿਆ ਜਾਂਦਾ। ਤੁਹਾਡੇ ਕੀ ਵਿਚਾਰ ਨੇ? ਅਦਰਵਾਈਜ਼ ਚਾਹੀਦਾ ਹੈ ਜੀ, ਜਦੋਂ ਬੰਦਾ ਇੱਕ ਸਟੇਟਸ ਤੇ ਪਹੁੰਚ ਜਾਂਦਾ, ਇੱਕ ਕੁਰਸੀ ਤੇ ਪਹੁੰਚ ਜਾਂਦਾ ਹੈ, ਤਾਂ ਉਹਦੀ ਜਿੰਨੀ ਕੁ ਹੋ ਸਕਦੀ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਸਮਾਜ ਲਈ। ਆਪਾਂ ਇਸ ਸੁਸਾਇਟੀ ਤੋਂ ਹੀ, ਆਪਣੇ ਬੰਦਿਆਂ ਤੋਂ ਹੀ ਉੱਠ ਕੇ ਅੱਗੇ ਜਾਂਦੇ ਆ। ਆਪਾਂ ਨੂੰ ਜੇ ਮੌਕਾ ਮਿਲ ਗਿਆ, ਆਪਾਂ ਕੁਰਸੀ ਤੇ ਪਹੁੰਚ ਗਏ, ਤਾਂ ਉਸ ਵੇਲੇ ਆਪਾਂ ਇਹ ਕਿਸੇ ਲਈ ਕੁਝ ਨਹੀਂ ਕਰ ਸਕਦੇ, ਤਾਂ ਇਹ ਤਾਂ ਬਹੁਤ ਹੀ ਮਾੜੀ ਗੱਲ ਹੈ। ਔਰ ਅਦਰਵਾਈਜ਼ ਆਪ ਜਿਹੜੇ ਲੋਕ ਹੈਗੇ ਆ, ਕਾਮਨ ਜਿਹੜੇ ਪੀਪਲ ਹੈਗੇ ਆ, ਉਹ ਜ਼ਰੂਰ ਇੱਕ ਦੂਸਰੇ ਲਈ ਕੁਛ ਨਾ ਕੁਛ ਕਰਨ ਦੀ ਕੋਸ਼ਿਸ਼ ਕਰਦੇ ਆ। ਪਰ ਪੋਲੀਟੀਕਲੀ ਜਿਹੜੀਆਂ ਚੀਜ਼ਾਂ ਇਹ ਨਹੀਂ ਧਿਆਨ ਦਿੱਤੀਆਂ ਜਾਂਦੀਆਂ, ਇਹਨਾਂ ਨੂੰ ਧਿਆਨ 'ਚ ਦੇਣਾ ਚਾਹੀਦਾ ਹੈ। ਤਾਂ ਹੀ ਆਪਾਂ ਜਿਹੜੀ ਗਰੀਬੀ ਹੈ, ਬਹੁਤ ਜ਼ਿਆਦਾ ਗਰੀਬ ਹੈਗੇ ਆ ਜਿਹੜੇ, ਅਮੀਰੀ ਹੈ ਜਿੱਥੇ ਉਹ ਬਹੁਤ ਅਮੀਰੀ ਹੈਗੀ ਹੈ, ਉਹ ਲੈਵਲ ਕਦੀ ਵੀ ਉਹ ਪੈਰਲਲ ਨਹੀਂ ਹੋ ਸਕਦਾ। ਸਾਡੇ ਇੱਕ ਸਾਥੀ ਨੇ ਕੁਐਸਚਨ ਕੀਤਾ, what ਹਾਂਜੀ does it mean when the Supreme Court say reservation is not a citizen fundamental right? Reservation is not a citizen fundamental right. ਮੈਂ ਦੁਬਾਰਾ ਪੜ੍ਹ ਦਿੰਦਾ, what ਇਹ does it ਕਿਹੜੇ mean? ਤੇ ਸੁਪਰੀਮ ਕੋਰਟ ਦਾ ਉਹਨਾਂ ਮਤਲਬ ਹੈ ਕਿ ਸੁਪਰੀਮ ਕੋਰਟ ਦੇ ਜਿਹੜਾ ਕਿਹਾ ਆ ਵੀ ਰਿਜ਼ਰਵੇਸ਼ਨ ਜਿਹੜੀ ਆ ਸਿਟੀਜ਼ਨ ਫੰਡਾਮੈਂਟਲ ਰਾਈਟ ਨਹੀਂ ਹੈ। ਇਹ ਨਹੀਂ ਤਾਂ ਹੈਗਾ, ਇਹ ਕਿਹੜੇ ਕੇਸ ਦੇ ਵਿੱਚ ਹੈਗਾ ਜੀ? ਉਹਨਾਂ ਨੇ ਜਿੱਦਾਂ ਇਹਨਾਂ ਨੇ ਅਨਾਉਂਸ ਕੀਤਾ ਹੈਗਾ ਵੀ ਫੰਡਾਮੈਂਟਲ ਰਾਈਟ ਨਹੀਂ ਹੈਗੀ ਰਿਜ਼ਰਵੇਸ਼ਨ ਜੋ ਆ। ਨਹੀਂ, ਇਹ ਤਾਂ ਦੇਖੋ ਜੀ, ਆਰਟੀਕਲ 15 ਜਿਹੜਾ ਹੈਗਾ ਅੰਡਰ ਪਾਰਟ 3 ਆਫ ਕਨਸਟੀਟਿਊਸ਼ਨ ਆਫ ਇੰਡੀਆ which deals with the fundamental rights of the citizen of India। ਹਾਂਜੀ, ਹੈ ਨਾ, ਤੇ ਇਹ ਤਾਂ ਇਹਦਾ ਮੇਨ ਹੈਡਿੰਗ ਹੀ ਹੈਗਾ ਜੀ। ਥੈਂਕ ਯੂ ਮੈਡਮ ਜੀ। ਆਪਾਂ ਜੇ ਕੋਈ ਕੁਐਸਚਨ ਆਇਆ ਤਾਂ ਅਸੀਂ ਦੁਬਾਰਾ ਤੁਹਾਨੂੰ ਫੇਰ ਲਾਈਨ ਤੇ ਲਵਾਂਗੇ। ਠੀਕ ਹੈ ਸਰ, ਥੈਂਕ ਇੱਕ ਯੂ। ਹਾਂਜੀ, ਮੈਂ ਔਰ ਕੀਤਾ ਕਿ ਪੋਲੀਟੀਕਲ ਰਿਜ਼ਰਵੇਸ਼ਨ ਜਿਹੜੀ ਆ ਉਹ ਬੰਦ ਹੋ ਸਕਦੀ ਹੈ, ਜਿਸ ਨਾਲ ਸਾਡੇ ਸਮਾਜ ਦਾ ਬਹੁਤ ਨੁਕਸਾਨ ਹੋ ਰਿਹਾ। ਪੋਲੀਟੀਕਲ ਰਿਜ਼ਰਵੇਸ਼ਨ ਤਾਂ ਜੀ ਹਾਂ, ਬਾਬਾ ਸਾਹਿਬ ਨੇ ਫਸਟ ਟਾਈਮ ਜਦੋਂ ਇਹ ਰਿਜ਼ਰਵੇਸ਼ਨ ਸ਼ੁਰੂ ਕੀਤੀ ਸੀ ਕਿ ਪੋਲੀਟੀਕਲੀ ਵੀ ਕੋਈ ਨਾ ਕੋਈ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ ਕਿ ਦਲਿਤਾਂ ਨੂੰ ਪੋਲੀਟੀਕਲੀ ਵੀ ਐਕਟਿਵ ਕੀਤਾ ਜਾਵੇ। ਇਹ ਬਾਬਾ ਸਾਹਿਬ ਨੇ ਕੀਤਾ, ਤਾਂ ਉਸ ਵੇਲੇ ਫਸਟ ਇੱਕ ਉਹਨਾਂ ਨੇ ਸੀਟ ਲੈਜਿਸਲੇਸ਼ਨ ਵਿੱਚ ਰਿਜ਼ਰਵ ਕੀਤੀ ਸੀ। ਇਹ ਤਾਂ ਸਾਡੇ ਜੀ ਬਾਬਾ ਸਾਹਿਬ ਨੇ ਕੀਤਾ ਹੋਇਆ ਜੀ। ਔਰ ਜੇ ਰਿਜ਼ਰਵ ਨਹੀਂ ਹੋਏਗੀ ਤਾਂ ਫਿਰ ਆਪਾਂ ਰਿਜ਼ਰਵ ਸੀਟ ਕਰਕੇ ਤਾਂ ਆਪਾਂ ਨੂੰ ਕਿਤੇ ਨਾ ਕਿਤੇ ਸੀਟ ਮਿਲ ਜਾਂਦੀ ਹੈ ਜੀ। ਪਰ ਬੇਸਿਕਲੀ ਉਹ ਜਿਹੜਾ ਆਪਣਾ ਪੋਲੀਟੀਕਲ ਜਿਹਨੇ ਰਾਜਨੀਤਿਕ ਲੀਡਰ ਬਣਦੇ ਆ, ਪਰ ਉਹ ਸਾਡਾ ਸਮਾਜ ਵਾਸਤੇ ਕੋਈ ਕੰਮ ਨਹੀਂ ਕਰ ਰਹੇ, ਉਹ ਪਾਰਟੀਆਂ ਦੇ ਗੁਲਾਮ ਹੋ ਜਾਂਦੇ। ਸਮਾਜ ਵਾਸਤੇ, ਹਾਂਜੀ, ਸਮਾਜ ਵਾਸਤੇ ਨਹੀਂ ਕਰਦੇ।
ਅਦਰਵਾਈਜ਼ ਜੇ ਰਿਜ਼ਰਵੇਸ਼ਨ ਖਤਮ ਹੋ ਗਈ ਨਾ ਜੀ, ਤੇ ਇਹ ਤਾਂ ਬਿਲਕੁਲ ਵੀ ਕੋਈ ਵੀ ਸੀਟ ਨਹੀਂ ਰਹਿਣੀ। ਲੇਡੀਜ਼ ਲਈ ਵੀ ਸੀਟ ਇੱਕ ਰਿਜ਼ਰਵ ਹੈਗੀ ਹੈ, ਔਰ SC ST ਲਈ ਵੀ ਰਿਜ਼ਰਵ ਹੈਗੀ ਹੈ, OBC ਲਈ ਹੁੰਦੀ ਹੈ, ਤਾਂ ਹੀ ਤਾਂ ਆਪਾਂ ਉੱਥੇ ਤੱਕ ਪਹੁੰਚਦੇ ਹਾਂ। ਜੇ ਉਹ ਰਿਜ਼ਰਵੇਸ਼ਨ ਵੀ ਖਤਮ ਹੋ ਗਈ ਤਾਂ ਫਿਰ ਤਾਂ ਕਿਸੇ ਨੇ ਨਹੀਂ ਪੁੱਛਣਾ। ਰਿਜ਼ਰਵੇਸ਼ਨ ਤਾਂ ਕਦੀ ਵੀ ਖਤਮ ਨਹੀਂ ਹੋਣੀ ਚਾਹੀਦੀ। ਹਾਂਜੀ, ਥੈਂਕ ਹਾਂਜੀ। ਯੂ ਮੈਡਮ ਜੀ। ਆਪਾਂ ਜੇ ਕਿਸੇ